everyone. I Navdeep Singh Randawa, your English teacher. I welcome again all of you in my Talk in English class. I'm very happy to see that yes, all of you have started making use of English language in your daily routine. You all have started speaking a few words of English language. We started with greetings, then we discussed some magical words, and then daily used words. So today I am going to give you some most frequently used phrases of English language. Before I start, let me explain you first of all what a phrase is. A phrase basically is an expression that consists of one or more words. Here are some casual greetings that are similar to salutations. ਜਿਸ ਤਰ੍ਹਾਂ ਅਸੀਂ ਗੁੱਡ ਮਾਰਨਿੰਗ ਵਿਸ਼ ਕਰਦੇ ਹਾਂ, ਗੁੱਡ ਆਫਟਰਨੂਨ ਵਿਸ਼ ਕਰਦੇ ਹਾਂ, ਉਹਨਾਂ ਗ੍ਰੀਟਿੰਗਸ ਦੇ ਨਾਲ ਇਹ ਕੁਝ ਕੈਜੂਅਲ ਗ੍ਰੀਟਿੰਗਸ ਨੇ, ਕੁਝ ਫਰੇਜ਼ਸ ਨੇ ਜਿਹੜੀਆਂ ਕਿ ਅਸੀਂ ਯੂਜ਼ ਕਰਦੇ ਹਾਂ, ਪੰਜਾਬੀ ਦੇ ਵਿੱਚ ਵੀ ਯੂਜ਼ ਕਰਦੇ ਹਾਂ। ਤੁਸੀਂ ਬੋਲਦੇ ਹੋ ਜਦੋਂ ਕਿਸੇ ਨੂੰ ਕਹਿੰਦੇ ਹੋ ਸਤਿ ਸ਼੍ਰੀ ਅਕਾਲ ਕਹਿੰਦੇ ਹੋ, ਉਸ ਤੋਂ ਬਾਅਦ ਹਾਲ ਚਾਲ ਪੁੱਛਦੇ ਹੋ, ਤੁਹਾਡਾ ਕੀ ਹਾਲ ਹੈ, ਤੁਸੀਂ ਕਿਵੇਂ ਹੋ। ਸੋ ਇੰਸਟੈਡ ਆਫ ਸਪੀਕਿੰਗ ਪੰਜਾਬੀ, ਲੈਟ ਅਸ ਸਟਾਰਟ saying or asking in English like hello, how are you, ਤੁਹਾਡਾ ਕੀ ਹਾਲ ਹੈ, ਉਹਦੀ ਜਗ੍ਹਾ ਤੇ how are you, how are you ਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ, how do you do, then how is it going, actually this is how is it going, but while speaking fluently we say how is it going। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਗਰ ਤੁਹਾਨੂੰ ਕੋਈ ਇੰਗਲਿਸ਼ ਦੇ ਵਿੱਚ ਇਹ ਪੁੱਛੇ ਕਿ ਹਾਊ ਆਰ ਯੂ, ਹਾਊ ਡੂ ਯੂ ਡੂ, ਹਾਊ ਇਜ਼ ਇਟ ਗੋਇੰਗ, ਅਤੇ ਤੁਸੀਂ ਉਹਨੂੰ ਆਨਸਰ ਕਿਵੇਂ ਕਰ ਸਕਦੇ ਹੋ। ਸੋ ਅਗਰ ਤੁਹਾਨੂੰ ਕੋਈ ਪੁੱਛਦਾ ਹਾਊ ਆਰ ਯੂ, ਹਾਊ ਕੈਨ ਯੂ ਰਿਪਲਾਈ ਸੇਇੰਗ ਫਾਈਨ, ਆਈ ਐਮ ਫਾਈਨ, ਮੈਂ ਬਿਲਕੁਲ ਠੀਕ ਹਾਂ, ਔਰ ਯੈਸ ਫਾਈਨ, ਔਰ ਫਾਈਨ ਥੈਂਕ ਯੂ, ਕਿ ਬਿਲਕੁਲ ਠੀਕ ਹੈ, ਸ਼ੁਕਰੀਆ। ਸੋ ਦਿਸ ਇਜ਼ ਦਾ ਵੇ ਹਾਊ ਵੀ ਕੈਨ add some casual greetings or add a few more words in our spoken English। Next ਆਪਾਂ ਕੀ ਕਰਦੇ ਹਾਂ, ਪੁੱਛਦੇ ਹਾਂ ਕਿ ਕੀ ਹੋ ਰਿਹਾ, ਤੁਸੀਂ ਕੀ ਕਰ ਰਹੇ ਹੋ। ਇਹਨੂੰ ਇੰਗਲਿਸ਼ ਦੇ ਵਿੱਚ ਆਪਾਂ ਕਿਵੇਂ ਪੁੱਛਾਂਗੇ, what's up, what's up, or what are you doing, ਤੁਸੀਂ ਕੀ ਕਰ ਰਹੇ ਹੋ। ਔਰ ਇਹਦਾ ਇੱਕ ਹੋਰ ਤਰੀਕਾ what is happening, ਕੀ ਹੋ ਰਿਹਾ, ਤੁਸੀਂ ਕੀ ਕਰ ਰਹੇ ਹੋ, ਕੀ ਹੋ ਰਿਹਾ ਹੈ। ਦੈਨ ਵਾਟਸ ਨਿਊ, ਵਾਟਸ ਨਿਊ, ਕੋਈ ਨਵੀਂ ਤਾਜੀ, ਐਨੀਥਿੰਗ ਨਿਊ, ਕੋਈ ਹੋਰ ਗੱਲ। ਇਸ ਤਰ੍ਹਾਂ ਦੂਸਰਾ ਜਿਹਦੇ ਨਾਲ ਵੀ ਤੁਸੀਂ ਇੰਗਲਿਸ਼ ਬੋਲ ਰਹੇ ਹੋ ਉਹ ਵੀ ਤੁਹਾਨੂੰ ਪੁੱਛ ਸਕਦਾ ਇੰਗਲਿਸ਼ ਦੇ ਵਿੱਚ ਕਿ ਵਾਟਸ ਅਪ, ਵਾਟ ਆਰ ਯੂ ਡੂਇੰਗ, ਵਾਟ ਇਜ਼ ਹੈਪਨਿੰਗ, ਵਾਟਸ ਨਿਊ, ਐਨੀਥਿੰਗ ਨਿਊ। ਤੁਸੀਂ ਉਹਨੂੰ ਕਿਸ ਤਰ੍ਹਾਂ ਜਵਾਬ ਦਿਓਗੇ ਇੰਗਲਿਸ਼ ਦੇ ਵਿੱਚ, ਉਹਨੂੰ ਆਪਾਂ ਕੀ ਜਵਾਬ ਦੇਵਾਂਗੇ। ਇਹ ਨਹੀਂ ਕਹਾਂਗੇ ਕਿ ਕੁਛ ਨਹੀਂ ਕਰ ਰਹੇ, ਰੈਦਰ ਸੇ ਨਾਟ ਮੱਚ, ਨਾਟ ਮੱਚ, ਆਪਣਾ ਕੰਮ ਕਰ ਰਹੇ ਹਾਂ, ਜਸਟ ਵਰਕਿੰਗ, ਜਸਟ ਵਰਕਿੰਗ, ਕਿ ਆਪਣਾ ਕੰਮ ਕਰ ਰਹੇ ਹਾਂ। ਸੋ these phrases will definitely give you a feel as if you have started speaking in English। up to here you need not fear any grammar। ਇਹਦੇ ਵਿੱਚ ਸਾਨੂੰ ਗ੍ਰਾਮਰ ਦੀ ਜ਼ਰੂਰਤ ਅਜੇ ਤੱਕ ਕਿਤੇ ਵੀ ਨਹੀਂ ਮਹਿਸੂਸ ਹੋਈ। ਸੋ ਆਪਾਂ ਗ੍ਰਾਮਰ ਦਾ ਜਿਹੜਾ ਸਾਡਾ ਡਰ ਆ, ਸਾਡਾ ਜਿਹੜਾ ਭੈ ਆ, ਉਹ ਸਾਨੂੰ ਇੱਥੋਂ ਤੱਕ ਨਹੀਂ ਹੋਣਾ ਚਾਹੀਦਾ। ਦਿਸ ਇਜ਼ ਜਸਟ ਏ ਮੈਟਰ ਆਫ ਪ੍ਰੈਕਟਿਸ। ਇਹਨਾਂ ਫਰੇਜ਼ਸ ਨੂੰ ਆਪਾਂ ਰੂਟੀਨ ਦੇ ਵਿੱਚ, ਆਪਣੀ ਰੋਜ਼ਾਨਾ ਲਾਈਫ ਦੇ ਵਿੱਚ ਪ੍ਰੈਕਟਿਸ ਕਰਨਾ। ਜੋ ਆਪਾਂ ਇਹਨਾਂ ਨੂੰ ਪ੍ਰੈਕਟਿਸ ਕਰਾਂਗੇ, these will become part of our life, then without any hesitation ਆਪਾਂ ਇਹਨਾਂ ਨੂੰ ਬੋਲਣਾ ਸ਼ੁਰੂ ਕਰ ਦੇਵਾਂਗੇ। ਇੱਕ ਦੂਸਰੇ ਨੂੰ ਮਿਲਣ ਤੋਂ ਬਾਅਦ ਅਸੀਂ ਜਾ ਰਹੇ ਹਾਂ, ਜਾਣ ਦੇ ਟਾਈਮ 'ਤੇ ਸਾਡੇ ਵਿੱਚ ਕੀ ਕਨਵਰਜੇਸ਼ਨ ਜਿਹੜੀ ਆ ਉਹ ਹੋ ਸਕਦੀ ਆ। ਤੁਹਾਨੂੰ ਮਿਲ ਕੇ ਬੜਾ ਚੰਗਾ ਲੱਗਾ, ਤੁਹਾਨੂੰ ਦੇਖ ਕੇ ਬੜੀ ਖੁਸ਼ੀ ਹੋਈ, ਫੇਰ ਮਿਲਾਂਗਾ, ਦੁਬਾਰਾ ਮਿਲਾਂਗੇ, ਛੇਤੀ ਮਿਲਦੇ ਹਾਂ। ਇਸ ਤਰ੍ਹਾਂ ਦੇ ਕੁਝ ਐਕਸਪ੍ਰੈਸ਼ਨਸ ਜਿਹੜੇ ਆ ਅਸੀਂ ਉਹ ਯੂਜ਼ ਕਰਦੇ ਹਾਂ। ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਕਿਵੇਂ ਕਿਹਾ ਜਾ ਸਕਦਾ। ਸੋ ਫਸਟ ਆਫ ਆਲ, ਤੁਹਾਨੂੰ ਮਿਲ ਕੇ ਬੜਾ ਚੰਗਾ ਲੱਗਾ, ਹਾਊ ਕੈਨ ਯੂ ਸੇ ਦਿਸ ਇਨ ਇੰਗਲਿਸ਼। ਨਾਈਸ ਟੂ ਮੀਟ ਯੂ, ਨਾਈਸ ਟੂ ਮੀਟ ਯੂ। ਤੁਹਾਨੂੰ ਦੇਖ ਕੇ ਬੜੀ ਖੁਸ਼ੀ ਹੋਈ, ਪਲੀਜ਼ਡ ਟੂ
see you, pleased to see you. Next ਆਪਾਂ ਛੇਤੀ ਮਿਲਦੇ ਹਾਂ, see you soon, ਅਸੀਂ ਦੁਬਾਰਾ ਮਿਲਾਂਗੇ, see you again, ਦੁਬਾਰਾ ਮਿਲਦੇ ਹਾਂ, see you later, ਫਿਰ ਮਿਲਦੇ ਹਾਂ। ਸੋ ਇਸ ਤਰ੍ਹਾਂ ਦੇ ਜਿਹੜੇ ਐਕਸਪ੍ਰੈਸ਼ਨਸ ਨੇ ਇਹਨਾਂ ਨੂੰ ਬੜੇ ਸੌਖੇ ਤਰੀਕੇ ਨਾਲ ਇੰਗਲਿਸ਼ ਦੇ ਵਿੱਚ these are very simple and easy, ਇਹਨਾਂ ਨੂੰ ਬੜੇ ਆਰਾਮ ਨਾਲ ਇੰਗਲਿਸ਼ ਦੇ ਵਿੱਚ ਅਸੀਂ ਬੋਲ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ। ਨੈਕਸਟ ਇਜ਼ ਜਾਣ ਤੋਂ ਪਹਿਲਾਂ ਅਸੀਂ ਕਹਿੰਦੇ ਹਾਂ ਬਈ ਆਪਣਾ ਖਿਆਲ ਰੱਖੀ, ਆਪਣਾ ਖਿਆਲ ਰੱਖਿਓ, ਆਪਣਾ ਖਿਆਲ ਰੱਖੀ, ਤੁਹਾਡਾ ਦਿਨ ਸ਼ੁਭ ਰਵੇ। ਇਨ ਇੰਗਲਿਸ਼ ਟੇਕ ਕੇਅਰ, ਮਸਟ ਸੇ ਇਟ, ਜਦੋਂ ਵੀ ਕਿਸੇ ਨੂੰ ਮਿਲੋ ਉਹ ਤੁਹਾਡੇ ਤੋਂ ਜਾਵੇ ਮਸਟ ਸੇ ਟੇਕ ਕੇਅਰ, ਕਿ ਆਪਣਾ ਖਿਆਲ ਰੱਖਣਾ, ਹੈਵ ਏ ਗ੍ਰੇਟ ਡੇ, ਕਿ ਤੁਹਾਡਾ ਦਿਨ ਜਿਹੜਾ ਉਹ ਸ਼ੁਭ ਰਵੇ। Speaking these phrases will definitely give you a sense as if you have improved your spoken English and will definitely make your day great as well. Next are a few more phrases that are associated with magic words. So the magic continues. As I have already said ਕਿ ਤੁਸੀਂ ਸਾਰੇ ਇਹ ਜਿਹੜੇ ਮੈਜਿਕ ਵਰਡਸ ਨੇ ਇਹਨਾਂ ਨੂੰ ਯੂਜ਼ ਕਰ ਰਹੇ ਹੋ। ਓਬਵੀਅਸਲੀ ਤੁਹਾਡੇ ਵੱਲ ਦੇਖ ਦੇਖ ਕੇ ਤੁਹਾਡੇ ਘਰ ਦੇ ਵਿੱਚ ਜਿਹੜੇ ਬਾਕੀ ਫੈਮਿਲੀ ਮੈਂਬਰਸ ਨੇ ਉਹ ਵੀ ਤੁਹਾਨੂੰ ਸ਼ਾਇਦ ਪਲੀਜ਼ ਜਾਂ ਥੈਂਕ ਯੂ ਜਾਂ ਸੌਰੀ ਬੋਲਣ ਲੱਗੇ ਹੋਣਗੇ। ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਅਗਰ ਤੁਹਾਨੂੰ ਕੋਈ ਪਲੀਜ਼ ਕਹਿ ਰਿਹਾ ਜਾਂ ਤੁਹਾਨੂੰ ਕੋਈ ਥੈਂਕ ਯੂ ਕਹਿ ਰਿਹਾ ਜਾਂ ਤੁਹਾਨੂੰ ਕੋਈ ਸੌਰੀ ਬੋਲ ਰਿਹਾ, ਹਾਊ ਯੂ ਸ਼ੁੱਡ ਰਿਪਲਾਈ, ਅਸੀਂ ਉਹਦਾ ਰਿਪਲਾਈ ਜਿਹੜਾ ਉਹ ਕਿਸ ਤਰ੍ਹਾਂ ਕਰਨਾ। ਅਗੇਨ ਵੀ ਨੀਡ ਟੂ ਬੀ ਵੈਰੀ ਵੈਰੀ ਪੋਲਾਈਟ while using all these phrases. So ਅਗਰ ਤੁਹਾਨੂੰ ਕਿਸੇ ਨੇ please ਕਿਹਾ then how can you reply? Yes, sure. Please help me, ਤੇ ਤੁਸੀਂ ਕੀ ਕਹਿਣਾ ਉਹਨੂੰ? Yes, sure. Please give me something, whatever, ਜੋ ਵੀ ਇਹਨੇ ਤੁਹਾਡੇ ਕੋਲੋਂ ਮੰਗਿਆ ਉਹਨੂੰ ਉਸ ਤੋਂ ਦੇਣ ਤੋਂ ਪਹਿਲਾਂ ਉਹਨੂੰ ਕਹੋ yes, sure, have it, ਕਿ ਇਹ ਲਓ। Why not? ਕਿਉਂ ਨਹੀਂ? ਜਦੋਂ ਵੀ ਤੁਹਾਨੂੰ ਕੋਈ ਪਲੀਜ਼ ਕਹਿ ਕੇ ਕੁਛ ਕਹੇ ਉਹਨੂੰ ਉਸ ਵੇਲੇ ਆਪਾਂ ਬੋਲਣਾ ਵਾਈ ਨਾਟ, ਯੈਸ ਡੈਫੀਨੇਟਲੀ, ਪਲੀਜ਼ ਹੈਲਪ ਮੀ ਤੁਹਾਨੂੰ ਕਿਹਾ ਹੈ, ਤੁਸੀਂ ਕਹੋ ਬਈ ਵਾਈ ਨਾਟ, ਕਿਉਂ ਨਹੀਂ ਮੈਂ ਹੈਲਪ ਕਰਾਂਗਾ, ਹਾਂ ਮੈਂ ਕਰਾਂਗਾ। ਆਫ ਕੋਰਸ, ਬਿਲਕੁਲ ਬਿਲਕੁਲ, ਆਫ ਕੋਰਸ। ਅਤੇ ਜੇ ਸਪੋਜ਼ ਕਰ ਲਓ ਤੁਸੀਂ ਬਿਜ਼ੀ ਜੇ, ਯੂ ਆਰ ਬਿਜ਼ੀ ਸਮਵੇਅਰ ਡੂਇੰਗ ਸਮਥਿੰਗ, ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੁਛ ਟਾਈਮ ਲੱਗਣਾ, ਦੈਨ ਯੂ ਕੈਨ ਸੇ ਵੇਟ ਏ ਮਿਨਟ ਪਲੀਜ਼। ਤੁਹਾਨੂੰ ਕਿਸੇ ਨੇ ਪਲੀਜ਼ ਕਹਿ ਕੇ ਬੁਲਾਇਆ ਅਤੇ ਤੁਸੀਂ ਉਹਨੂੰ ਅੱਗੋਂ ਰਿਪਲਾਈ ਕਿਵੇਂ ਕਰ ਸਕਦੇ ਹੋ, ਇਹ ਕਹਿ ਕੇ ਕਿ ਵੇਟ ਏ ਮਿਨਟ। ਸੋ ਦਿਸ ਐਕਸਪ੍ਰੈਸ਼ਨ ਕੈਨ ਬੀ ਯੂਜ਼ਡ, ਕਿ 1 ਮਿੰਟ ਵੇਟ ਕਰ, ਮੈਂ ਆਇਆ। ਨੈਕਸਟ ਇਜ਼ ਥੈਂਕ ਯੂ। ਤੁਸੀਂ ਥੈਂਕ ਯੂ ਬੋਲ ਰਹੇ ਹੋ ਸਾਰੇ, ਇਟਸ ਵੈਰੀ ਗੁੱਡ, ਬਹੁਤ ਵਧੀਆ ਗੱਲ ਆ। ਤੁਹਾਡੇ ਵੱਲ ਵੇਖ ਕੇ ਦੂਸਰਿਆਂ ਨੇ ਵੀ ਥੈਂਕ ਯੂ ਬੋਲਣਾ ਸ਼ੁਰੂ ਕਰਤਾ, ਠੀਕ ਹੈ। ਹੁਣ ਤੁਹਾਨੂੰ ਕੋਈ ਥੈਂਕ ਯੂ ਕਹਿ ਰਿਹਾ, ਹਾਊ ਯੂ ਸ਼ੁੱਡ ਰਿਪਲਾਈ। ਆਪਾਂ ਕਿਸੇ ਦਾ ਜਿਹੜਾ ਥੈਂਕ ਯੂ ਹੈ ਉਹਨੂੰ ਹਾਊ ਟੂ ਰਿਵਰਟ, ਅਸੀਂ ਉਹਨੂੰ ਕਿਵੇਂ ਜਵਾਬ ਦੇ ਸਕਦੇ ਹਾਂ। ਯੂ ਆਰ ਵੈਲਕਮ, ਜੇ ਤੁਹਾਨੂੰ ਕੋਈ ਥੈਂਕ ਯੂ ਕਹਿ ਰਿਹਾ ਤੁਸੀਂ ਕੀ ਕਹਿਣਾ, ਯੂ ਆਰ ਵੈਲਕਮ। ਔਰ ਕੀ ਕਹਿ ਸਕਦੇ ਹੋ, ਡੋਂਟ ਮੈਂਸ਼ਨ ਇਟ, ਕਿ ਇਹਦੀ ਜ਼ਰੂਰਤ ਨਹੀਂ ਸੀਗੀ, ਕਿ ਸ਼ੁਕਰੀਆ ਨਾ ਕਰੋ। ਮਤਲਬ ਦੀਜ਼ ਆਰ ਜਸਟ ਗੁੱਡ ਮੈਨਰਡ ਵਰਡਸ। ਇਟ ਸ਼ੋਜ਼ ਆਵਰ ਐਕਸਪ੍ਰੈਸ਼ਨ ਆਫ ਕਰਟਸੀ ਐਂਡ ਰਿਸਪੈਕਟ ਐਂਡ ਲਵ ਟੂਵਰਡਸ ਅਦਰ। ਜੇ ਸਾਨੂੰ ਕੋਈ ਥੈਂਕ ਯੂ ਕਹਿ ਰਿਹਾ, ਅਗਰ ਅਸੀਂ ਇਸ ਤਰ੍ਹਾਂ ਦੀ ਰਿਪਲਾਈ ਕਰ ਰਹੇ ਹਾਂ ਤਾਂ ਦੂਸਰੇ ਨੂੰ, ਸੁਣਨ ਵਾਲੇ ਨੂੰ ਹੋਰ ਵੀ ਚੰਗਾ ਲੱਗੇਗਾ। Don't mention it or mention not, simply say mention not. Anytime means ਜਦੋਂ ਮਰਜੀ, ਠੀਕ ਹੈ। ਤੁਸੀਂ ਕਿਸੇ ਦਾ ਕੋਈ ਕੰਮ ਕੀਤਾ, ਉਹਨੇ ਤੁਹਾਨੂੰ ਥੈਂਕ ਯੂ ਕਿਹਾ, anytime means you somewhere you are trying to say ਕਿ yes, anytime, ਕਿ ਕਦੋਂ ਵੀ, ਜਦੋਂ ਵੀ ਤੁਸੀਂ ਮੈਨੂੰ ਇਹ ਕੰਮ ਕਹੋਗੇ, I will be there, I will definitely help you. Glad to help you, glad means ਖੁਸ਼ੀ ਹੋਈ ਮੈਨੂੰ ਤੁਹਾਡੀ ਮਦਦ ਕਰਕੇ। Happy ਵੀ ਕਹਿ ਸਕਦੇ ਹੋ, my pleasure, ਮੈਨੂੰ ਬੜੀ ਖੁਸ਼ੀ ਹੋਈ। So glad to help or my pleasure. So these are the expressions that we can use after thank you. Next word is sorry. ਤੁਹਾਨੂੰ ਕੋਈ ਸੌਰੀ ਕਹਿ ਰਿਹਾ ਹੈ, ਠੀਕ ਹੈ। ਸਪੋਜ਼ ਕਿ ਕਿਸੇ ਕੋਲੋਂ ਕੋਈ ਮਿਸਟੇਕ ਹੋਈ ਆ, ਉਹਨੇ ਵੀ ਤੁਹਾਨੂੰ ਦੇਖ ਦੇਖ ਕੇ ਸਿੱਖ ਲਿਆ ਵੀ ਜਦੋਂ ਮਿਸਟੇਕ ਹੁੰਦੀ ਆਪਾਂ ਸੌਰੀ ਕਹਿਣਾ। ਉਹਨੇ ਤੁਹਾਨੂੰ ਸੌਰੀ ਕਿਹਾ, what you need to say, how you should reply to that sorry, ਕਿਵੇਂ ਕਵਾਂਗੇ, it's okay, it's okay, with a smile on your face. You need to be very very polite. Or another way you can say please don't be, ਜ਼ਰੂਰਤ ਨਹੀਂ ਆ, please don't be, ਕਿਰਪਾ ਕਰਕੇ ਸੌਰੀ ਫੀਲ ਨਾ ਕਰੋ। no worries, ਕੋਈ ਚਿੰਤਾ ਵਾਲੀ ਗੱਲ ਨਹੀਂ।
बी केयरफुल, बस ख्याल रखो, ठीक है। किसी को कोई मिसटेक हो गई या कोई काम करदा बस आपां नूं ये एक तरह नाल उन्होंने एडवाइस कर रहे हैं कि यू जस्ट नीड टू बी केयरफुल एंड डोंट से सॉरी, मैंशन नॉट, ओके। इट्स फाइन, मैं ठीक है, इट्स फाइन, ठीक है, कोई गल नहीं जे गलती हो भी गई है तो नो प्रॉब्लम, ठीक है, कोई मुश्किल नहीं, कोई मुश्किल नहीं है, नो प्रॉब्लम, प्लीज़ डोंट लेट इट हैपन अगेन, आप इस तरह अगे तो नहीं करांगे। सो ऑल दीज इंग्लिश फ्रेजेस डैट वी हैव डिस्कस्ड टुडे, लाइक कि तुहानूं कोई मिल रहा है, तुहानूं कोई ग्रीट कर रहा है, ਜਾਂ ਤੁਸੀਂ ਕਿਸੇ ਨੂੰ ग्रीट कर रहे हो, तो पहले असी सिर्फ एक शब्द यूज़ करते ਸੀਗੇ ਤੇ ਅਸੀਂ ਅੱਜ ਸਿੱਖਿਆ कि 2-3 शब्द ਜਿਹੜੇ ਆ ਉਹ ਕਿਸ ਤਰ੍ਹਾਂ यूज़ ਕੀਤੇ ਜਾ ਸਕਦੇ ਆ ਕਿਸੇ ਦਾ ਹਾਲ ਚਾਲ ਪੁੱਛਣ ਦੇ ਲਈ, ਤੇ ਜੇ ਤੁਹਾਨੂੰ ਕੋਈ ਹਾਲ ਚਾਲ ਪੁੱਛਦਾ ਹੈ ਤੁਹਾਡਾ ਤੇ ਉਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕਿਵੇਂ ਜਵਾਬ ਦੇ ਸਕਦੇ ਹਾਂ। ਉਹ ਆਫਟਰ ਡੈਟ ਕੁਛ ਮੈਜਿਕ ਵਰਡਸ ਜਿਹੜੇ ਆਪਾਂ ਡਿਸਕਸ ਕੀਤੇ, ਜਦੋਂ ਸਾਡੇ ਨਾਲ ਉਹ ਯੂਜ਼ ਕੀਤੇ ਜਾਣਗੇ ਕਿਸੇ ਦੁਆਰਾ, ਹਾਊ ਵੀ ਕੈਨ ਰਿਪਲਾਈ ਟੂ ਪਲੀਜ਼, ਸੌਰੀ ਐਂਡ ਥੈਂਕ ਯੂ। ਸੋ these phrases of English language, they will definitely help you a lot. In next class I'll be coming with a few more English phrases. Till then, goodbye. Before I go, I would like to request all of you to please do like, share and subscribe to my channel. Thank you so very much.